ਸਿੱਖ ਜਗਤ ਵਿੱਚ ਦਸਮ ਗ੍ਰੰਥ ਨਾਮੀ ਰਚਨਾ ਇੱਕ ਵਿਵਾਦਿਤ ਰਚਨਾ ਹੈ, ਵਿਵਾਦਿਤ ਗ੍ਰੰਥ ਹੈ ਔਰ ਇਸ ਦਾ ਵਿਰੋਧ ਵੀ ਜਦੋਂ ਤੋਂ ਇਹਦਾ ਸੰਕਲਨ ਹੋਇਆ ਉਸ ਵਕਤ ਤੋਂ ਹੁੰਦਾ ਆ ਰਿਹਾ। ਇਹਦੇ ਉੱਤੇ ਸਿੱਖ ਮਤ ਇੱਕ ਮਤ ਨਹੀਂ ਹੈ ਔਰ ਕਿਉਂਕਿ ਇਹਦੀ ਰਚਨਾਵਾਂ ਤੇ ਇਹਦੇ ਰਚਨਾਕਾਰ ਦੇ ਉੱਤੇ ਸਿੱਖ ਮਤ ਸਹਿਮਤੀ ਨਹੀਂ ਰੱਖਦਾ। ਹੁਣ ਅਗਰ ਇਸ ਦੇ ਪਿਛੋਕੜ ਵੱਲ ਜਾਈਏ ਤਾਂ ਸਾਨੂੰ ਇਸ ਤੋਂ ਪਹਿਲਾਂ ਹੀ ਦੇਖਣਾ ਪਏਗਾ ਕਿ ਇਹ ਵਾਕਈ ਗੁਰੂ ਸਾਹਿਬ ਦੀ ਰਚਨਾ ਹੈ। ਇਹਦੇ ਲਈ ਕੁਝ ਤੱਥ ਅਗਰ ਅਸੀਂ ਪੇਸ਼ ਕਰੀਏ ਤਾਂ ਪਹਿਲਾ ਤੱਥ ਇਹ ਹੈ ਕਿ 1708 ਵਿੱਚ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ ਤੇ ਸਿੱਖਾਂ ਨੂੰ ਸ਼ਬਦ ਗੁਰੂ ਦੇ ਲੜ ਲਾਇਆ, ਉਸ ਵੇਲੇ ਨੰਦੇੜ ਵਿੱਚ ਕਿਸੇ ਦੂਸਰੇ ਗ੍ਰੰਥ ਦੀ ਮੌਜੂਦਗੀ ਦਾ ਕੋਈ ਹਵਾਲਾ ਨਹੀਂ ਮਿਲਦਾ। ਦੂਸਰਾ ਤੱਥ ਹੈ ਕਿ ਇਸ ਤੋਂ 75 ਸਾਲ ਬਾਅਦ 1783 ਵਿੱਚ ਸਿੱਖਾਂ ਨੇ ਦਿੱਲੀ ਫਤਿਹ ਕੀਤੀ। ਦਿੱਲੀ ਫਤਿਹ ਕਰਨ ਤੋਂ ਬਾਅਦ ਜਥੇਦਾਰ ਬਘੇਲ ਸਿੰਘ ਦਿੱਲੀ ਵਿੱਚ 4000 ਸਿੱਖ ਫੌਜ ਦੇ ਨਾਲ ਠਹਿਰੇ ਰਹੇ ਤੇ ਗੁਰੂ ਸਾਹਿਬ ਨਾਲ ਸੰਬੰਧਿਤ 9 ਅਸਥਾਨਾਂ ਦੀ ਨਿਸ਼ਾਨਦੇਹੀ ਕਰਕੇ ਉੱਥੇ ਜੋ ਹੈ ਸਿੱਖ ਸਥਾਨ, ਸਿੱਖਾਂ ਦੇ ਧਾਰਮਿਕ ਸਥਾਨ ਉਸਾਰੇ ਗਏ ਔਰ ਉਸ ਤੋਂ ਬਾਅਦ ਅੱਜ ਤੱਕ ਕਿਸੇ ਵੀ ਇਹਨਾਂ ਧਾਰਮਿਕ ਸਥਾਨਾਂ ਦੇ ਉੱਤੇ ਦਸਮ ਗ੍ਰੰਥ ਨਾਮੀ ਕਿਸੇ ਵੀ ਪੁਸਤਕ ਦੇ ਪ੍ਰਕਾਸ਼ ਜਾਂ ਮੌਜੂਦਗੀ ਦਾ ਕੋਈ ਹਵਾਲਾ ਨਹੀਂ ਮਿਲਦਾ। ਤੀਸਰਾ ਬਹੁਤ ਮਹੱਤਵਪੂਰਨ ਜੋ ਹਵਾਲਾ ਹੈ ਉਹ ਹੈ ਕਿ 1810 ਵਿੱਚ ਜੌਨ ਮੈਲਕਮ ਜੋ ਕਿ ਈਸਟ ਇੰਡੀਆ ਕੰਪਨੀ ਦਾ ਮਿਲਟਰੀ ਐਡਵਾਈਜ਼ਰ ਸੀ, ਉਹ ਜੀਂਦ ਦੇ ਰਾਜਾ ਭਾਗ ਸਿੰਘ ਨਾਲ ਪੰਜਾਬ ਆਇਆ, ਲੁਧਿਆਣੇ ਤੱਕ ਹੋ ਕੇ ਗਿਆ ਔਰ ਉਸਨੇ ਇੱਕ ਪੁਸਤਕ ਲਿਖੀ ਦ ਸਕੈਚਿਜ਼ ਆਫ ਦ ਸਿੱਖਸ। ਸਕੈਚਿਜ਼ ਆਫ ਦ ਸਿੱਖਸ ਵਿੱਚ ਜੌਨ ਮੈਲਕਮ ਲਿਖਦਾ ਹੈ ਕਿ ਮੈਂ ਪੰਜਾਬ ਦੇ ਕਾਫੀ ਖੇਤਰਾਂ 'ਚ ਗਿਆ ਲੇਕਿਨ ਕਿਧਰੇ ਵੀ ਕਿਸੇ ਸਿੱਖ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਜਾਂ ਕਿਸੇ ਵੀ ਸਿੱਖ ਗੁਰਦੁਆਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਉਹਨਾਂ ਦੀ ਕੋਈ ਹੋਰ ਦੂਜੀ ਧਾਰਮਿਕ ਪੁਸਤਕ ਦੇਖਣ ਨੂੰ ਨਹੀਂ ਮਿਲੀ ਔਰ ਇੱਕ ਗ੍ਰੰਥੀ ਸਿੰਘ ਤੋਂ ਬੇਨਤੀ ਕਰਕੇ ਇਸਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇੱਕ ਕਾਪੀ ਵੀ ਹਾਸਲ ਕੀਤੀ ਔਰ ਗ੍ਰੰਥੀ ਸਿੰਘ ਦੀ ਬੇਨਤੀ ਦੇ ਉੱਤੇ ਤੇ ਸਲਾਹ ਦੇ ਉੱਤੇ ਉਸਨੇ ਕਿਹਾ ਕਿ ਜਿਸ ਸਤਿਕਾਰ ਨਾਲ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਰੱਖਦੇ ਹੋ ਮੈਂ ਉਹੀ ਸਤਿਕਾਰ ਕਾਇਮ ਰੱਖਾਂਗਾ। ਤੇ ਉਹ ਲਿਖਦਾ ਹੈ ਕਿ ਮੈਂ ਇਹ ਸਤਿਕਾਰ ਕਾਇਮ ਰੱਖਿਆ ਵੀ। ਇਹ 3 ਹਵਾਲੇ ਮਿਲਦੇ ਹੈ ਜਿਸ ਦਾ ਅਰਥ ਹੈ ਕਿ 1810 ਤੱਕ ਪੰਜਾਬ ਜਾਂ ਦਿੱਲੀ ਖੇਤਰ ਵਿੱਚ ਕਿਸੇ ਵੀ ਗੁਰੂ ਗ੍ਰੰਥ ਸਾਹਿਬ ਜਾਂ ਕਿਸੇ ਵੀ ਦਸਮ ਗ੍ਰੰਥ ਜਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੁਆਰਾ ਰਚਿਤ ਕਿਸੇ ਦੂਸਰੇ ਗ੍ਰੰਥ ਦਾ ਕੋਈ ਹਵਾਲਾ ਮੌਜੂਦ ਨਹੀਂ ਹੈ। ਹੁਣ ਇਹ ਕਿਸ ਤਰੀਕੇ ਨਾਲ ਸਿੱਖ ਜਗਤ ਵਿੱਚ ਪ੍ਰਵੇਸ਼ ਕਰ ਗਿਆ, ਕਿਵੇਂ ਇਸ ਨੂੰ ਇੰਟਰੋਡਿਊਸ ਕੀਤਾ, ਇਹਦੇ ਲਈ ਇਸ ਦੇ ਪਿਛੋਕੜ ਵੱਲ ਜਾਣਾ ਬਣਦਾ ਹੈ। 1757 ਵਿੱਚ ਅੰਗਰੇਜ਼ਾਂ ਨੇ ਬੰਗਾਲ ਫਤਿਹ ਕੀਤੀ। ਬੰਗਾਲ ਫਤਿਹ ਕਰਨ ਤੋਂ ਬਾਅਦ ਕੁਝ ਸਮੇਂ ਬਾਅਦ 1783 ਵਿੱਚ ਇੱਕ ਅੰਗਰੇਜ਼ ਅਫਸਰ ਜੌਨ ਵਿਲਕਿਨਸਨ ਤਖਤ ਸ੍ਰੀ ਪਟਨਾ ਸਾਹਿਬ ਆਇਆ। ਉੱਥੇ ਉਹ ਉਸ ਸਮੇਂ 3 ਨਿਰਮਲੇ ਪੁਜਾਰੀ ਸੁਖਾ ਸਿੰਘ, ਦਿਆਲ ਸਿੰਘ ਤੇ ਨਵਲ ਸਿੰਘ ਨੂੰ ਮਿਲਿਆ ਤੇ ਉੱਥੇ ਇੱਕ ਪੁਸਤਕ ਹੋਰ ਉਹਨਾਂ ਨੇ ਪਾਸ ਮੌਜੂਦ ਸੀ ਜਿਸ ਦਾ ਨਾਮ ਸੀ ਨਾਨਕ ਪੰਥੀ ਕਾਵਿ, ਜੋ ਹਿੰਦੀ ਵਿੱਚ ਸੀ। ਵਿਲਕਿਨਸਨ ਦੇ ਪੁੱਛਣ ਤੇ ਉਹਨਾਂ ਨੇ ਕਿਹਾ ਕਿ ਇਹ ਸਾਡਾ ਛੋਟਾ ਗ੍ਰੰਥ ਹੈ। ਬਾਅਦ ਵਿੱਚ ਇਹਨਾਂ 3 ਨਿਰਮਲੇ ਪੁਜਾਰੀਆਂ ਅਤੇ ਕਲਕੱਤੇ ਵਿੱਚ ਇੱਕ ਨਿਰਮਲੇ ਆਤਮਾ ਰਾਮ ਦੀ ਮਦਦ ਨਾਲ ਇਸ ਗ੍ਰੰਥ ਦਾ ਪੰਜਾਬੀ 'ਚ ਉਲਥਾ ਕੀਤਾ ਗਿਆ ਅਤੇ ਇਸ ਨੂੰ ਕਲਕੱਤੇ ਦੇ ਐਡਮਿਨਿਸਟ੍ਰੇਟਰ ਕੋਲਬਰੁਕਸ ਦੀ ਲਾਇਬ੍ਰੇਰੀ ਵਿੱਚ ਸਥਾਪਿਤ ਕਰਤਾ ਗਿਆ। ਇਸ ਸੇਵਾ ਦੇ ਬਦਲੇ ਜੋ ਕਿ ਸਬੂਤ ਮਿਲਦੇ ਹੈ ਉਹ ਇਹ ਹੈ ਕਿ ਇਹਨਾਂ ਨਿਰਮਲੇ ਪੁਜਾਰੀਆਂ ਨੂੰ ਈਸਟ ਇੰਡੀਆ ਕੰਪਨੀ ਆਪਣੇ ਵੇਅਰ ਹਾਊਸ ਤੋਂ ਹਰ ਸਾਲ 20 ਸੇਰ ਅਫੀਮ ਇਹਨਾਂ ਨੂੰ ਇਸ ਸੇਵਾ ਵਾਸਤੇ ਦਿੰਦੀ ਰਹੀ। ਇਹ ਉਹਨਾਂ ਦੇ ਵੇਅਰ ਹਾਊਸ ਤੋਂ ਇਹਨਾਂ ਨੂੰ ਪਰਮਿਟ ਮਿਲਿਆ ਸੀ ਜਿਹੜਾ ਕਿ ਹਰ ਸਾਲ ਉੱਥੋਂ 20 ਸੇਰ ਜਿਹੜੀ ਅਫੀਮ ਹੈ ਉਹ ਲੈਂਦੇ ਰਹੇ ਔਰ ਉਸ ਤੋਂ ਬਾਅਦ ਇਹ ਜੋ ਗ੍ਰੰਥ ਸੀ ਇਹਦੀਆਂ ਵੱਖ-ਵੱਖ ਕਾਪੀਆਂ, ਵੱਖ-ਵੱਖ ਰਚਨਾਵਾਂ, ਕੋਈ ਰਚਨਾ ਕਿਸੇ ਵਿੱਚ ਜ਼ਿਆਦਾ ਕਿਸੇ ਵਿੱਚ ਘੱਟ, ਇਹ ਪੰਜਾਬ ਅਤੇ ਦਿੱਲੀ ਖੇਤਰ ਵਿੱਚ ਪਹੁੰਚੀਆਂ ਔਰ ਇੱਕ ਸਥਿਤੀ ਐਸੀ ਆ ਗਈ ਕਿ ਪੰਜਾਬ ਤੇ ਦਿੱਲੀ ਖੇਤਰ ਵਿੱਚ ਮਾਨੋ ਵੱਖ-ਵੱਖ ਸਾਈਜ਼ ਦੇ ਦਸਮ ਗ੍ਰੰਥਾਂ ਜਾਂ ਦਸਵਾਂ ਪਾਤਸ਼ਾਹ ਗ੍ਰੰਥਾਂ ਜਿਵੇਂ ਕਿ ਇਹਨਾਂ ਦਾ ਹੜ੍ਹ ਆ ਗਿਆ ਹੋਵੇ। ਅੰਗਰੇਜ਼ਾਂ ਦਾ ਇਹ ਸਾਰੀ ਕਵਾਇਦ ਕਰਨ ਦਾ ਮੁੱਖ ਜੋ ਮਕਸਦ ਸੀ ਉਹ ਸੀ ਕਿ ਸਿੱਖਾਂ ਨੂੰ ਇੱਕ ਓਂਕਾਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੋਂ ਤੋੜਨਾ ਤਾਂ ਕਿ ਉਹਨਾਂ ਨੂੰ ਆਪਣੇ ਮਤਹਿਤ ਕੀਤਾ ਜਾ ਸਕੇ। ਇਸ ਦੇ ਲਈ ਉਹਨਾਂ ਨੂੰ ਇਹ ਮਹਿਸੂਸ ਹੋਇਆ ਕਿ ਜਿਸ ਤਰੀਕੇ ਦੇ ਵੱਖ-ਵੱਖ ਗ੍ਰੰਥ ਸਿੱਖ ਸਮਾਜ ਵਿੱਚ ਦਸਮ ਗ੍ਰੰਥ ਜਾਂ ਦਸਮ ਪਾਤਸ਼ਾਹ ਗ੍ਰੰਥ ਮੌਜੂਦ ਹਨ, ਇਹ ਕਦੇ ਵੀ ਸਿੱਖ ਜਗਤ ਵਿੱਚ ਇੱਕ ਗ੍ਰੰਥ ਦੀ ਮਾਨਤਾ ਪ੍ਰਾਪਤ ਨਹੀਂ ਕਰ ਸਕਦੇ। ਇਸ ਦੇ ਲਈ ਜ਼ਰੂਰੀ ਸੀ ਕਿ ਸਾਰੇ ਹੀ ਗ੍ਰੰਥਾਂ ਨੂੰ ਸਮਾਪਤ ਕਰਕੇ ਇੱਕ ਗ੍ਰੰਥ ਬਣਾਇਆ ਜਾਏ ਔਰ ਉਸ ਗ੍ਰੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕਰਾਇਆ ਜਾਏ ਤੇ ਸਿੱਖ ਜਗਤ ਨੂੰ ਜੋ ਹੈ ਦੋ ਫਾੜ ਕੀਤਾ ਜਾ ਸਕੇ।
ਇਹਦੇ ਲਈ ਉਹਨਾਂ ਨੇ ਆਪਣੇ ਦੋ ਪਹਿਲੇ ਤੋਂ ਹੀ ਵਰਤੇ ਹੋਏ ਔਰ ਅਜਮਾਏ ਹੋਏ ਦੋ ਸਿੱਖਾਂ ਨੂੰ ਇਸਤੇਮਾਲ ਕੀਤਾ। ਇੱਕ ਸੀ ਬਾਬਾ ਖੇਮ ਸਿੰਘ ਬੇਦੀ ਤੇ ਦੂਸਰਾ ਸੀ ਸੁੰਦਰ ਸਿੰਘ ਮਜੀਠੀਆ। ਬਾਬਾ ਖੇਮ ਸਿੰਘ ਬੇਦੀ ਇਹ ਗੁਰੂ ਨਾਨਕ ਸਾਹਿਬ ਦੀ 14ਵੀਂ ਪੀੜ੍ਹੀ ਤੋਂ ਸੀ ਔਰ ਇਹ ਅੰਗਰੇਜ਼ ਅਫਸਰਾਂ ਨਾਲ ਤੇ ਈਸਟ ਇੰਡੀਆ ਕੰਪਨੀ ਨਾਲ ਇਸ ਦੀ ਬਹੁਤ ਨੇੜਤਾ ਸੀ ਤੇ ਸਿੱਖ ਸਮਾਜ ਵਿੱਚ ਇਸ ਦਾ ਬੜਾ ਰਸੂਖ ਸੀ। 1857 ਦੇ ਗਦਰ ਵੇਲੇ ਵੀ ਇਹ ਅੰਗਰੇਜ਼ਾਂ ਵੱਲੋਂ ਖੁਦ ਮੋਰਚੇ ਤੇ ਲੜਿਆ ਤੇ ਇਸ ਦੀ ਸੇਵਾਵਾਂ ਵਾਸਤੇ, ਇਹਦੀ ਖਿਦਮਤ ਵਾਸਤੇ ਇਸ ਨੂੰ ਮੈਜਿਸਟ੍ਰੇਟ, ਫਿਰ ਆਨਰੇਰੀ ਮੁਨਸਿਫ, ਫਿਰ ਇਸ ਨੂੰ ਦੀਪਾਲਪੁਰ ਵਿੱਚ 28,000 ਏਕੜ ਦੀ ਜ਼ਗੀਰ ਦਿੱਤੀ ਗਈ। ਇਹ ਇਹਨਾਂ ਦਾ ਇਸ ਤਰੀਕੇ ਨਾਲ ਪੂਰਾ ਅਹਿਸਾਨਮੰਦ ਸਿੱਖ ਸੀ। ਦੂਸਰਾ ਸੁੰਦਰ ਸਿੰਘ ਮਜੀਠੀਆ, ਇਹ ਇੱਕ ਲੈਂਡਲॉर्ड ਮਜੀਠੀਆ ਪਰਿਵਾਰ ਸੀ ਜਿਸ ਦਾ ਕਿ ਅੱਜ ਜੋ ਅਗਰ ਪੀੜ੍ਹੀ ਦੇਖੀਏ ਜਾ ਕੇ ਤਾਂ ਬਿਕਰਮ ਸਿੰਘ ਮਜੀਠੀਆ ਜੋ ਅਕਾਲੀ ਦਲ ਦਾ ਸਰਗਰਮ ਮੈਂਬਰ ਹੈ ਉਹਦੇ ਨਾਲ ਰਲਦੀ ਹੈ। ਇਹ ਸੁੰਦਰ ਸਿੰਘ ਮਜੀਠੀਆ ਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਸ ਨੇ ਜਲਿਆਂਵਾਲੇ ਬਾਗ ਕਾਂਡ ਤੋਂ ਬਾਅਦ ਡਾਇਰ ਨੂੰ ਆਪਣੇ ਘਰ ਮਜੀਠੀਆ ਹਾਊਸ ਅੰਮ੍ਰਿਤਸਰ ਵਿੱਚ ਰਾਤ ਦਾ ਭੋਜਨ ਕਰਾਇਆ ਸੀ ਤੇ ਇਹ ਵੀ ਅੰਗਰੇਜ਼ਾਂ ਦਾ ਬਹੁਤ ਹੀ ਜੋ ਹੈ ਖਿਦਮਤਗਾਰ ਔਰ ਉਹਨਾਂ ਦਾ ਅਜਮਾਇਆ ਹੋਇਆ ਸਿੱਖ ਸੀ। ਇਹਨਾਂ ਦੋਵਾਂ ਨੂੰ ਵਰਤ ਕੇ ਤੇ ਇਹ ਮੌਜੂਦਾ ਗ੍ਰੰਥ ਤਿਆਰ ਸਿੱਖਾਂ ਵਿੱਚ ਪ੍ਰਚਲਿਤ ਕੀਤਾ ਗਿਆ। ਹੁਣ ਇੱਥੇ ਇੱਕ ਹਵਾਲਾ ਆਉਂਦਾ ਹੈ ਕਿ ਇਹਨਾਂ ਨੇ ਇਹ ਕੰਮ ਕਿਸ ਤਰ੍ਹਾਂ ਕੀਤਾ। 1870 ਤੋਂ ਬਾਅਦ ਜਦੋਂ ਸਿੰਘ ਸਭਾ ਲਹਿਰ ਚੱਲੀ ਤਾਂ ਦੋ ਖਾਲਸਾ ਦੀਵਾਨ ਹੋਂਦ ਵਿੱਚ ਆਏ, ਇੱਕ ਖਾਲਸਾ ਦੀਵਾਨ ਅੰਮ੍ਰਿਤਸਰ ਔਰ ਇੱਕ ਖਾਲਸਾ ਦੀਵਾਨ ਲਾਹੌਰ। ਖਾਲਸਾ ਦੀਵਾਨ ਅੰਮ੍ਰਿਤਸਰ ਦੇ ਮੁਖੀ ਬਾਬਾ ਖੇਮ ਸਿੰਘ ਬੇਦੀ ਤੇ ਸੁੰਦਰ ਸਿੰਘ ਮਜੀਠੀਆ ਸਨ ਔਰ ਲਾਹੌਰ ਦੀਵਾਨ ਦੇ ਮੁਖੀ ਗਿਆਨੀ ਦਿੱਤ ਸਿੰਘ ਤੇ ਪ੍ਰੋਫੈਸਰ ਗੁਰਮੁਖ ਸਿੰਘ ਸਨ। ਗਿਆਨੀ ਗੁਰਮੁਖ ਸਿੰਘ ਤੇ ਦਿੱਤ ਸਿੰਘ ਇਹ ਦਸਮ ਗ੍ਰੰਥ ਦੀ ਜੋ ਕਵਾਇਦ ਸੀ ਇਸ ਦੇ ਹਮੇਸ਼ਾ ਖਿਲਾਫ ਰਹੇ ਤੇ ਇਸ ਨੂੰ ਕਦੇ ਉਹਨਾਂ ਨੇ ਨਹੀਂ ਮੰਨਿਆ ਔਰ ਲਾਹੌਰ ਦੀਵਾਨ ਕਾਫੀ ਜੋ ਹੈ ਕਹਿ ਸਕਦੇ ਕਿ ਸਸ਼ਕਤ ਦੀਵਾਨ ਸੀ। ਇਸ ਦੇ ਮਤਹਿਤ 118 ਸਿੰਘ ਸਭਾਵਾਂ ਸਨ। ਹੁਣ ਇਹ ਦਸਮ ਗ੍ਰੰਥ ਨੂੰ ਸਿੱਖਾਂ ਵਿੱਚ ਪ੍ਰਚਲਿਤ ਕਰਨ ਦੇ ਲਈ ਖਾਲਸਾ ਦੀਵਾਨ ਅੰਮ੍ਰਿਤਸਰ ਨੇ ਦੀ ਸਰਪ੍ਰਸਤੀ ਹੇਠ ਖੇਮ ਸਿੰਘ ਬੇਦੀ ਤੇ ਸੁੰਦਰ ਸਿੰਘ ਮਜੀਠੀਆ ਨੇ ਅੰਮ੍ਰਿਤਸਰ ਦੇ ਇੱਕ ਮੰਨੇ ਪ੍ਰਮੰਨੇ ਹਕੀਮ ਮੰਨਾ ਸਿੰਘ ਨੂੰ ਵਰਤਿਆ ਤੇ ਮੰਨਾ ਸਿੰਘ ਅਤੇ ਗਿਆਨੀ ਸਰਦੂਲ ਸਿੰਘ ਦੀ ਦੇਖ ਰੇਖ ਵਿੱਚ ਅਕਾਲ ਬੁੰਗਾ ਦੇ ਉੱਤੇ ਇੱਕ ਸੋਧ ਦਾ ਕੰਮ ਸ਼ੁਰੂ ਕੀਤਾ ਗਿਆ ਜੋ ਕਿ ਵੱਖ-ਵੱਖ ਸਾਈਜ਼ ਦੇ ਤੇ ਵੱਖ-ਵੱਖ ਰਚਨਾਵਾਂ ਦੇ ਗ੍ਰੰਥ ਸੀ। ਇਸ ਤਰੀਕੇ ਦੇ 32 ਗ੍ਰੰਥ ਇਕੱਠੇ ਕੀਤੇ ਗਏ ਤੇ ਉਹਨਾਂ ਦਾ ਅਕਾਲ ਬੁੰਗਾ ਤੇ ਪ੍ਰਕਾਸ਼ ਹੋਇਆ ਔਰ ਫਿਰ ਇਹ ਸੋਧ ਦਾ ਕੰਮ ਸ਼ੁਰੂ ਹੋਇਆ। ਇੱਥੋਂ ਅੱਗੇ ਜੋ ਤੱਥ ਮੌਜੂਦ ਨੇ ਇਹ ਸਾਰੇ ਤੱਥ ਗ੍ਰੰਥ ਸੋਧਕ ਜੋ ਇਹਨਾਂ ਗ੍ਰੰਥ ਸੋਧਿਆ ਤਾਂ ਉਹ ਗ੍ਰੰਥ ਸੋਧਕ ਕਮੇਟੀ ਬਣੀ। ਫਿਰ ਉਸ ਗ੍ਰੰਥ ਸੋਧਕ ਕਮੇਟੀ ਨੇ ਆਪਣਾ ਕੰਮ ਮੁਕੰਮਲ ਹੋਣ ਤੋਂ ਬਾਅਦ ਇੱਕ ਗ੍ਰੰਥ ਸੋਧਕ ਕਮੇਟੀ ਦੀ ਰਿਪੋਰਟ ਸਾਇਆ ਕੀਤੀ ਜੋ ਅੱਜ ਵੀ ਮੌਜੂਦ ਹੈ। ਇਸ ਗ੍ਰੰਥ ਸੋਧਕ ਕਮੇਟੀ ਦੀ ਰਿਪੋਰਟ ਵਿੱਚ ਦਰਜ ਹੈ ਕਿ ਇਹ ਜੋ ਗ੍ਰੰਥ ਸੀ ਇਹਨਾਂ 'ਚ ਕਿਸੇ ਦੋ ਗ੍ਰੰਥਾਂ ਦਾ ਆਕਾਰ ਆਪਸ ਵਿੱਚ ਨਹੀਂ ਮਿਲਦਾ ਸੀ। ਇਹਨਾਂ ਸਭ ਤੋਂ ਜੋ ਛੋਟਾ ਗ੍ਰੰਥ ਸੀ ਉਸ ਵਿੱਚ ਕੁੱਲ 403 ਪੰਨੇ ਸਨ ਔਰ ਜੋ ਸਭ ਤੋਂ ਵੱਡਾ ਗ੍ਰੰਥ ਸੀ ਇਸ ਵਿੱਚ 2098 ਪੰਨੇ ਸਨ ਔਰ ਇਹ ਕੰਮ 1897 ਵਿੱਚ ਅਕਾਲ ਬੁੰਗਾ ਤੇ ਹੋਇਆ। ਹੁਣ ਇੱਥੇ ਵਿਚਾਰ ਇਹ ਹੈ ਕਿ 403 ਅੰਗ ਵਾਲੇ ਗ੍ਰੰਥ ਦਾ ਕਿ 2098 ਪੰਨਿਆਂ ਵਾਲੇ ਗ੍ਰੰਥ ਦੇ ਨਾਲ ਕੋਈ ਕੀ ਸੋਧ ਹੋ ਸਕਦੀ ਹੈ ਕਿ ਉਹਨਾਂ ਦੀਆਂ ਰਚਨਾਵਾਂ ਆਪਸ ਵਿੱਚ ਮਿਲ ਸਕਦੀਆਂ। ਜੇ ਨਹੀਂ ਮਿਲ ਸਕਦੀਆਂ ਤਾਂ ਵੀ ਸੋਧ ਦਾ ਕੀ ਮਤਲਬ ਹੋਇਆ। ਦੂਜੇ ਜਿਹੜੇ ਗ੍ਰੰਥ ਸੀ ਉਹਨਾਂ ਦੇ ਵੀ ਆਕਾਰ ਵੱਖ-ਵੱਖ ਸੀ, ਕਿਸੇ 'ਚ 800 ਪੰਨੇ ਹੈ, ਕਿਸੇ 1400 ਹੈ, ਕਿਸੇ 'ਚ 1100 ਹੈ। ਇਸ ਤਰ੍ਹਾਂ ਕਿਸੇ ਵੀ ਦੋ ਗ੍ਰੰਥ ਦੇ ਆਕਾਰ ਆਪਸ ਵਿੱਚ ਨਹੀਂ ਮਿਲਦੇ ਸਨ। ਅਗਲੀ ਗੱਲ ਆਉਂਦੀ ਹੈ ਕਿ ਇਹ ਗ੍ਰੰਥ ਨੂੰ ਸੋਧਣ ਵਾਸਤੇ ਕਿਹੜੇ ਪੰਥਕ ਵਿਦਵਾਨ ਲਾਏ ਗਏ। ਗ੍ਰੰਥ ਸੋਧਕ ਕਮੇਟੀ ਲਿਖਦੀ ਹੈ ਕਿ ਇਹਨਾਂ 'ਚ ਗਾਹੇ ਬਗਾਹੇ ਲੋਕ ਆਉਂਦੇ ਜਾਂਦੇ ਰਹਿੰਦੇ ਸੀ, ਲੇਕਿਨ ਜਿਹੜੀ ਮੁੱਖ ਤੌਰ ਤੇ ਜਿਨ੍ਹਾਂ ਨੇ ਸੋਧ ਦਾ ਕੰਮ ਕੀਤਾ ਉਹਨਾਂ ਦੇ ਨਾਮ ਉਸ ਦਿੱਤੇ ਹੈ। ਉਹ ਹੈ ਕਿ ਇੱਕ ਹਲਵਾਈ ਸੀ ਮੱਖਣ ਸਿੰਘ, ਇੱਕ ਪ੍ਰਾਇਮਰੀ ਸਕੂਲ ਦਾ ਬੱਚਾ ਸੀ ਹਰਨਾਮ ਸਿੰਘ, ਇੱਕ ਮਿਊਨਿਸਪੈਲਿਟੀ ਦਾ ਕਲਰਕ ਸੀ ਪੰਡਤ ਠਾਕਰ ਸਿੰਘ, ਇੱਕ ਪ੍ਰੇਮੀ ਸੀ ਬਾਣੀਆ ਰਾਮ ਲੁਬਾਇਆ, ਇੱਕ ਹਜੂਰਾ ਸਿੰਘ ਨਿਹੰਗ ਸਿੰਘ ਸੀ ਜਿਹਦੇ ਬਾਰੇ ਲਿਖਿਆ ਕਿ ਅਨਪੜ੍ਹ ਸੀ ਪਰ ਇਹ ਸ਼ਰਧਾ ਬੜੀ ਰੱਖਦਾ ਸੀ। 3 ਸਕੂਲ ਟੀਚਰ ਸੀ ਸੰਤ ਸਿੰਘ, ਜੈਦਿਆਲ ਸਿੰਘ, ਨਾਰਾਇਣ ਸਿੰਘ। ਕੁਝ ਕੀਰਤੀ ਸਿੱਖ ਸੀ ਧਰਮ ਸਿੰਘ, ਗੁਰਦਿਆਲ ਸਿੰਘ ਇਤਿਆਦਿ।
ਇੱਕ ਰਾਗੀ ਸਿੰਘ ਸੀ ਹਜੂਰ ਸਿੰਘ। ਇਹ ਰਾਗੀ ਸਿੰਘ ਕਰਮਕਾਂਡੀ ਸੀ ਤੇ ਇਹਦੇ ਬਾਰੇ ਸੋਧਕ ਕਮੇਟੀ ਰਿਪੋਰਟ ਲਿਖਦੀ ਹੈ ਕਿ ਇਸ ਨੇ ਹਰ ਸਮਾਗਮ ਵਾਸਤੇ ਮ੍ਰਿਤਕ ਹੈ, ਜਨਮ ਹੈ, ਆਨੰਦ ਕਾਰਜ ਹੈ, ਇਸ ਨੇ ਵੱਖ-ਵੱਖ ਸ਼ਬਦ ਕੱਢ ਕੇ ਤੇ ਗੁਟਕੇ ਬਣਾ ਕੇ ਵੇਚਦਾ ਸੀ। ਇਹ ਕਰਮਕਾਂਡੀ ਇੱਕ ਰਾਗੀ ਸੀ। ਕੁਝ ਦੁਕਾਨਦਾਰ ਸੀ ਜਿਹੜੇ ਚੌਲ ਦੇ ਵਪਾਰੀ ਸੀ, ਕਿਸ਼ਨ ਸਿੰਘ, ਠਾਕਰ ਸਿੰਘ, ਬੂੜ ਸਿੰਘ, ਰਾਮ ਸਿੰਘ, ਟੇਕ ਸਿੰਘ, ਪ੍ਰਤਾਪ ਸਿੰਘ ਆਦਿ। ਤੇ ਕੁਝ ਮਹੱਲੇ ਦੀਆਂ ਜਿਹੜੀਆਂ ਚੌਂਕੀਆਂ ਸਵੇਰੇ ਦਰਬਾਰ ਸਾਹਿਬ ਆਉਂਦੀਆਂ, ਉਹਨਾਂ ਦੇ ਕੁਝ ਮੈਂਬਰ ਸੀ। ਇਹ ਲੋਕ ਸੀ ਜਿਨ੍ਹਾਂ ਨੇ ਕਿ ਇਸ ਗ੍ਰੰਥ ਦਾ ਸੋਧ ਦਾ ਕੰਮ ਕੀਤਾ। ਹੁਣ ਇਹ ਤੁਸੀਂ ਜੋ ਸਿੱਖ ਜਗਤ ਹੈ ਇਸ ਗੱਲ ਨੂੰ ਪਹਿਲੇ ਖੁਦ ਦੇਖ ਲਏ ਕਿ ਇੱਕ ਹਲਵਾਈ, ਇੱਕ ਪ੍ਰਾਇਮਰੀ ਸਕੂਲ ਦਾ ਬੱਚਾ, ਹਾਂ ਇਹਨਾਂ 'ਚ ਇੱਕ ਹਕੀਮ ਸੀ ਮੰਨਾ ਸਿੰਘ, ਤੇ ਕਿ ਇਹ ਹਕੀਮ, ਮਿਊਨਿਸਪੈਲਿਟੀ ਦਾ ਕਲਰਕ, ਅਨਪੜ੍ਹ ਬਾਣੀਆ, ਅਨਪੜ੍ਹ ਨਿਹੰਗ ਸਿੰਘ ਔਰ ਦੁਕਾਨਦਾਰ, ਇਹ ਕੀ ਗ੍ਰੰਥ ਸੋਧ ਸਕਦੇ ਹੈ? ਕਿ ਇਹਨਾਂ ਇਸ ਗ੍ਰੰਥ ਸੋਧਨ ਦਾ ਕੰਮ ਕੀ ਸਿੱਖ ਪੰਥ ਤੋਂ ਮਾਨਤਾ ਪ੍ਰਾਪਤ ਸੀ? ਕਿ ਇਹ ਸੋਧਕਰਤਾਵਾਂ ਨੂੰ ਸਿੱਖ ਵਿਚਾਰਧਾਰਾ ਤੇ ਸਿੱਖ ਇਤਿਹਾਸ ਦਾ ਗਿਆਨ ਸੀ? ਇਹਨਾਂ ਦਾ ਅਗਰ ਅਸੀਂ ਜਵਾਬ ਲੱਭੀਏ ਤਾਂ ਸਾਰਿਆਂ ਦਾ ਜਵਾਬ ਮੰਫੀ ਚ ਆਏਗਾ। ਲੇਕਿਨ ਫਿਰ ਵੀ ਇਹ ਗ੍ਰੰਥ ਸੋਧਨ ਦਾ ਕੰਮ ਦਾ ਇਹਦਾ ਜਿਹੜਾ ਨਾਟਕ ਹੈ ਉਹ ਬਾਕਾਇਦਾ ਅਕਾਲ ਬੁੰਗਾ ਤੇ ਕੀਤਾ ਗਿਆ। ਔਰ ਇਹਨਾਂ ਨੇ ਜੋ ਇਹਨਾਂ ਦਾ ਜੋ ਕੰਮ ਦਾ ਤਰੀਕਾ ਸੀ ਉਹ ਸੀ ਕਿ ਇਹਨਾਂ ਨੇ 32 ਬੀੜਾਂ ਚੋਂ ਇੱਕ ਬੀੜ ਨੂੰ ਪ੍ਰਧਾਨ ਬੀੜ ਮੰਨ ਲਿਆ ਔਰ ਬਾਕੀ ਗ੍ਰੰਥਾਂ ਨੂੰ ਉਸਦੇ ਪੈਟਰਨ ਤੇ ਇਹ ਜਾਂਚਦੇ ਰਹੇ। ਲੇਕਿਨ ਜਦੋਂ ਇਹਨਾਂ ਨੂੰ ਗਿਆਨ ਹੀ ਨਹੀਂ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦਾ, ਤਾਂ ਅਸਲ 'ਚ ਕੋਈ ਸੋਧ ਨਹੀਂ ਹੋਈ, ਇਹ ਸਪੈਲਿੰਗ ਚੈੱਕ ਹੋਏ। ਹੁਣ ਇਹਨਾਂ ਨੇ ਇਹ ਸੋਧ ਦਾ ਕੰਮ ਕਰਕੇ ਤੇ ਕਿਹਾ ਕਿ ਜੀ ਅਸੀਂ ਇਹ ਸੋਧ ਲਿਆ ਹੈ ਔਰ ਬਾਕੀ ਜੋ ਗ੍ਰੰਥ ਦੂਸਰੇ ਸੀ ਉਹਨਾਂ ਨੂੰ ਛੱਡ ਕੇ ਇੱਕ ਗ੍ਰੰਥ ਅਸੀਂ ਤਿਆਰ ਕਰ ਲਿਆ ਹੈ ਔਰ ਇਸ ਗ੍ਰੰਥ ਨੂੰ 1902 ਵਿੱਚ ਪ੍ਰਿੰਟ ਕਰਾਇਆ ਗਿਆ। ਜੋ ਅੱਜ ਗ੍ਰੰਥ ਸਿੱਖਾਂ ਵਿੱਚ ਪ੍ਰਚਲਿਤ ਹੈ ਇਹ 1902 ਵਿੱਚ ਛਪਿਆ ਹੈ ਔਰ ਇਹ ਅੱਜ ਬਹੁਤ ਸਾਰੇ ਸੰਪਰਦਾਇ ਇਸ ਦੇ ਲਈ ਪੂਰਾ ਜੋ ਹੈ ਕੋਸ਼ਿਸ਼ ਹੈਗੀ ਹੈ ਕਿ ਇਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਰਾਬਰ ਇਸ ਨੂੰ ਸਿੱਖ ਮਤ ਵਿੱਚ ਪ੍ਰਚਾਰਿਆ ਜਾਵੇ ਔਰ ਇਹਦੇ ਲਈ ਕਾਫੀ ਤਲਖੀ ਵੀ ਸਿੱਖ ਸਮਾਜ ਵਿੱਚ ਪੈਦਾ ਹੋਈ ਹੈ। ਲੇਕਿਨ ਇੱਥੇ ਇੱਕ ਚੀਜ਼ ਹੋਰ, ਇੱਕ ਰੈਫਰੈਂਸ ਹੋਰ ਬਹੁਤ ਮਹੱਤਵਪੂਰਨ ਹੈ, ਉਹ ਹੈ ਕਿ ਭਾਈ ਰਣਧੀਰ ਸਿੰਘ ਨੇ ਇੱਕ ਪੁਸਤਕ ਲਿਖੀ ਸ਼ਬਦ ਮੂਰਤ। ਸ਼ਬਦ ਮੂਰਤ ਵਿੱਚ ਭਾਈ ਰਣਧੀਰ ਸਿੰਘ ਲਿਖਦੇ ਹੈ ਕਿ ਜੋ ਕੋਲਬਰੂਕਸ ਦੀ ਲਾਇਬ੍ਰੇਰੀ ਦਾ ਗ੍ਰੰਥ ਹੈ ਜਿਹੜਾ ਕਿ ਜੌਨ ਵਿਲਕਿਨਸਨ ਨੇ ਤਿਆਰ ਕਰਵਾਇਆ ਸੀ, ਉਹ ਮੈਂ ਪੜ੍ਹਿਆ ਤੇ 1902 ਵਿੱਚ ਜੋ ਗ੍ਰੰਥ ਸੋਧ ਕਰਕੇ ਤਿਆਰ ਕਰਾਇਆ ਗਿਆ ਉਹ ਵੀ ਪੜ੍ਹਿਆ। ਲੇਕਿਨ ਹੈਰਤ ਉਦੋਂ ਹੋਈ ਕਿ ਇਹ ਦੋਵੇਂ ਗ੍ਰੰਥਾਂ ਦੀ ਰਚਨਾਵਾਂ ਹੂਬਹੂ ਮਿਲਦੀਆਂ ਇੱਕ ਦੂਸਰੇ ਦੀ, ਇਹ ਨਕਲ ਹੈ, ਜਿਸ ਦਾ ਅਰਥ ਇਹ ਹੈ ਕਿ ਇਹ ਸੋਧ ਦਾ ਕੰਮ ਨਹੀਂ ਸੀ, ਅਸਲ 'ਚ ਇੱਕ ਨਾਟਕ ਸੀ। ਇਹਨਾਂ ਨੇ ਜੋ ਜੌਨ ਵਿਲਕਿਨਸਨ ਵੱਲੋਂ ਤਿਆਰ ਕਰਾਇਆ ਗਿਆ ਨਿਰਮਲਿਆਂ ਦਾ ਜਿਹੜਾ ਗ੍ਰੰਥ ਸੀ ਉਸ ਨੂੰ ਹੀ ਇੱਕ ਸੋਧਿਆ ਹੋਇਆ ਗ੍ਰੰਥ ਸਾਬਤ ਕਰਕੇ ਔਰ ਉਸ ਨੂੰ ਪ੍ਰਿੰਟ ਕਰਾਤਾ। ਇਹ ਇਹਨਾਂ ਦਾ ਖੋਜ ਦਾ ਕੰਮ ਸੀ। ਉਸ ਤੋਂ ਅੱਗੇ ਜਦੋਂ ਇਹ ਸੋਧ ਕਰ ਰਹੇ ਸੀ ਤੇ ਹਰ ਰਚਨਾ ਨੂੰ ਪੜ੍ਹਨ ਤੋਂ ਬਾਅਦ ਇਹ ਕਿਹਾ ਜਾਂਦਾ ਸੀ ਕਿ ਇਹ ਰਚਨਾ ਗੁਰੂ ਸਾਹਿਬ ਤੋਂ ਉਚਾਰੀ ਦੇ ਮੁਖ ਤੋਂ ਉਚਾਰੀ ਰਚਨਾ ਹੈ, ਇਹ ਗੁਰੂਕ੍ਰਿਤ ਹੈ। ਇਹ ਸਭ ਇੱਕ ਮਤ ਵਿੱਚ ਇਸ ਚੀਜ਼ ਦੀ ਗਵਾਹੀ ਦਿੰਦੇ ਸੀ ਜਿਤਨੇ ਵੀ ਖੋਜ ਕਰਤਾ ਸੀ। ਲੇਕਿਨ ਇਹਨਾਂ ਨੇ ਜੋ ਖੋਜ ਕੀਤੀ ਔਰ ਖੋਜ ਕਰਨ ਵੇਲੇ ਇਹਨਾਂ ਨੇ 8 ਰਚਨਾਵਾਂ ਜੋ ਵੱਖ-ਵੱਖ ਗ੍ਰੰਥਾਂ ਵਿੱਚ ਸੀ ਉਹ ਛੱਡ ਦਿੱਤੀਆਂ। ਇਹ 8 ਰਚਨਾਵਾਂ ਹਨ संसारे सुखमना, वार मालकौंस, वार भगवती जी की, श्री भगवंत गीता, राग आसा ते राग सोरठ, अस्फोटक कवित्व, माज पातशाही अते छक्का भगवती जूका। ਇਹ 8 ਰਚਨਾਵਾਂ ਇਹਨਾਂ ਨੇ ਸ਼ਾਮਿਲ ਨਹੀਂ ਕੀਤੀਆਂ। ਹਾਲਾਂਕਿ ਇਹ 8 ਰਚਨਾਵਾਂ ਉਹਨੇ 32 ਗ੍ਰੰਥਾਂ ਵਿੱਚੋਂ ਕਈ ਗ੍ਰੰਥਾਂ ਵਿੱਚ ਮੌਜੂਦ ਸੀ। ਹੁਣ ਇਹਨਾਂ ਕੋਲ ਕਿਹੜਾ ਐਸਾ ਪੈਰਾਮੀਟਰ ਸੀ ਜੋ ਇਹ ਦੱਸਦਾ ਸੀ ਕਿ ਜੋ ਤ੍ਰਿਆ ਚਰਿੱਤਰ ਵਗੈਰਾ ਜੋ ਅਸ਼ਲੀਲ ਰਚਨਾਵਾਂ ਹਨ ਉਹ ਤਾਂ ਗੁਰੂ ਸਾਹਿਬ ਦੇ ਮੁਖੋਂ ਉਚਾਰੀਆਂ ਹੋਈਆਂ, ਲੇਕਿਨ ਇਹ 8 ਰਚਨਾਵਾਂ ਗੁਰੂ ਸਾਹਿਬ ਦੇ ਮੁਖ ਤੋਂ ਨਹੀਂ ਉਚਾਰੀਆਂ। ਇਹਨਾਂ ਕੋਲ ਕਿਹੜਾ ਪੈਰਾਮੀਟਰ, ਕਿਹੜਾ ਪੈਮਾਨਾ ਸੀ ਜਿਸ ਤੋਂ ਕਿ ਇਹ ਜਾਂਚ ਲਈ ਕਿ ਇਹ ਰਚਨਾਵਾਂ ਨਹੀਂ ਸ਼ਾਮਿਲ ਕਰਨੀਆਂ ਚਾਹੀਦੀਆਂ। ਇਸ ਦਾ ਅਗਰ ਸਹੀ ਅਰਥ ਕੱਢਿਆ ਜਾਏ ਤਾਂ ਅਰਥ ਇਹ ਨਿਕਲਦਾ ਹੈ ਕਿ ਇਹ ਰਚਨਾਵਾਂ ਵਿੱਚ ਕਈ ਰਚਨਾਵਾਂ ਕਾਫੀ ਲੰਮੇਰੀਆਂ ਸੀ ਔਰ ਅਗਰ ਇਹਨਾਂ ਰਚਨਾਵਾਂ ਨੂੰ ਸ਼ਾਮਿਲ ਕਰਦੇ ਤਾਂ ਹੋ ਸਕਦਾ ਸੀਗਾ ਕਿ ਦਸਮ ਗ੍ਰੰਥ ਦਾ ਜੋ ਆਕਾਰ ਹੈ ਉਹ 1800 ਅੰਗ ਵੀ ਹੋ ਸਕਦਾ ਸੀ। ਲੇਕਿਨ ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕ ਖੜਾ ਕਰਨਾ ਸੀ, ਇਸ ਕਰਕੇ ਇਹ ਦਸਮ ਗ੍ਰੰਥ ਦਾ ਵਜੂਦ ਦਾ ਜੋ ਆਕਾਰ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਹੀ ਰੱਖਣਾ ਚਾਹੁੰਦੇ ਸਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 1430 ਅੰਕ ਨੇ, ਤੇ ਇਸ ਕਰਕੇ ਇਹਨਾਂ ਨੇ 2 ਅੰਕ ਘੱਟ ਕਰਕੇ ਦਸਮ ਗ੍ਰੰਥ ਵਿੱਚ 1428 ਅੰਕ ਤਿਆਰ ਕਰ ਲਏ, ਤੇ ਇਸ ਤਰੀਕੇ ਨਾਲ ਉਸ ਹੀ ਆਕਾਰ ਦਾ ਗ੍ਰੰਥ ਇਹਨਾਂ ਨੇ ਬਣਾ ਲਿਆ। ਲੇਕਿਨ ਸਿੱਖ ਸਮਾਜ ਇਸ ਗ੍ਰੰਥ ਨੂੰ ਕਦੇ ਵੀ ਸਮੂਲੀਅਤ ਦੇ ਤੌਰ ਤੇ, ਸਮੁੱਚੇ ਤੌਰ ਤੇ ਇਸ ਗ੍ਰੰਥ ਨੂੰ ਕਦੇ ਸਵੀਕਾਰ ਨਹੀਂ ਕਰ ਸਕਿਆ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਉੱਤੇ ਇਹ ਗ੍ਰੰਥ ਬਿਲਕੁਲ ਖਰਾ ਨਹੀਂ ਉਤਰਦਾ। ਇਸ ਵਿੱਚ ਬਹੁਤ ਸਾਰੀਆਂ ਉਨਤਾਈਆਂ ਹਨ ਜਿਨ੍ਹਾਂ ਦੇ ਉੱਤੇ ਕਈ ਮਹੀਨੇ ਤੱਕ ਵੀ ਵਿਚਾਰ ਕੀਤੀ ਜਾ ਸਕਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ੁਰੂਆਤ ਹੀ ਇਸ ਗੱਲ ਤੋਂ ਹੁੰਦੀ ਹੈ ਕਿ 33 ਕਰੋੜ ਦੇਵੀ ਦੇਵਤਿਆਂ ਦੀ ਥਾਂ ਤੇ ਇੱਕ ਉਸ ਕਰਤਾ ਨੂੰ ਮੰਨਿਆ ਜਾਏ ਜਿਸ ਨੇ ਕਿ ਉਹ 33 ਕਰੋੜ ਵੀ ਪੈਦਾ ਕੀਤੇ ਹੋਣੇ ਤੇ ਸਾਰੀ ਕਾਇਨਾਤ ਪੈਦਾ ਕੀਤੀ ਹੈ। ਲੇਕਿਨ ਦਸਮ ਗ੍ਰੰਥ ਫਿਰ ਮੁੜ ਕੇ ਉਹਨਾਂ 33 ਕਰੋੜ ਨੂੰ ਵੀ ਪ੍ਰਚਾਰ ਰਿਹਾ। ਇਸ ਕਰਕੇ ਇਹ ਗ੍ਰੰਥ ਸਿੱਖ ਵਿਚਾਰਧਾਰਾ, ਸਿੱਖ ਫਿਲਾਸਫੀ ਦੇ ਬਿਲਕੁਲ ਉਲਟ ਹੈ। ਹੁਣ ਇੱਕ ਜੋ ਗੱਲ ਮੁੱਖ ਆਈ ਹੈ ਉਸ 'ਚ ਇੱਕ ਵੀ ਦਮਦਮੀ ਟਕਸਾਲ ਦੇ ਮੁਖੀ ਨੇ ਵੀ ਦਬੀ ਜ਼ਬਾਨ 'ਚ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਦਸਮ ਗ੍ਰੰਥ ਵਿੱਚ ਸਾਰੀਆਂ ਰਚਨਾਵਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਨਹੀਂ ਹਨ। ਤੇ ਜੇ ਉਹ ਮੰਨਦੇ ਹੈ, ਜੋ ਕਿ ਸਭ ਤੋਂ ਜ਼ਿਆਦਾ ਇਸ ਦੀ ਪੈਰਵੀ ਕਰਦੇ ਹੈ, ਪ੍ਰਕਾਸ਼ ਵੀ ਕਰਦੇ ਹੈ, ਇਹਦੇ ਤੇ ਹੁਕਮਨਾਮੇ ਵੀ ਲੈ ਜਾਂਦੇ ਹੈ, ਇਹਦੇ ਉੱਤੇ ਕਥਾ ਵੀ ਹੁੰਦੀ ਹੈ, ਔਰ 2008 ਵਿੱਚ ਇਸ ਨੂੰ ਇੱਕ ਵਾਰ ਫਿਰ ਸੋਧਨ ਦੀ ਕਵਾਇਦ ਵੀ ਕੀਤੀ ਗਈ ਸੀ। ਸਾਰੇ ਸੰਤ ਸਮਾਜ ਨੇ ਮਿਲ ਕੇ 2008 ਵਿੱਚ ਇਹ ਕੋਸ਼ਿਸ਼ ਕੀਤੀ ਕਿ ਇਸ ਨੂੰ, ਇਹਦੀ ਰਚਨਾਵਾਂ ਨੂੰ ਫਿਰ ਸੋਧਿਆ ਜਾਏ। ਤੇ ਜੇ ਇਹ ਇਸ ਗੱਲ ਨੂੰ ਮੰਨਦੇ ਹੈ ਦਮਦਮੀ ਟਕਸਾਲ ਵਾਲੇ ਕਿ ਇਸ ਵਿੱਚ ਸਾਰੀ ਰਚਨਾਵਾਂ ਨਹੀਂ, ਤਾਂ ਸਭ ਤੋਂ ਪਹਿਲੇ ਉਹਨਾਂ ਰਚਨਾਵਾਂ ਨੂੰ ਬਾਹਰ ਕੱਢ ਕੇ ਕਰਨਾ ਚਾਹੀਦਾ ਹੈ ਕਿ ਇਹ ਰਚਨਾਵਾਂ ਨਹੀਂ, ਇਹਨਾਂ ਨੂੰ ਬਾਹਰ ਕੱਢ ਦਿਓ, ਜਿਨ੍ਹਾਂ 'ਚ ਮੁੱਖ ਨਿਸ਼ਾਨਾ ਹੋਊਗਾ ਚਿੜੀਆ ਚਰਿੱਤਰ। ਤੇ ਜੇ ਇਹ ਇੱਕ ਲੰਮੇਰੀ ਰਚਨਾ ਹੈ ਜਿਸ ਕਿ 700-750 ਅੰਗ ਹਨ, ਜੇ ਇਹੀ ਰਚਨਾ ਨਿਕਲ ਜਾਏ ਤਾਂ ਇਹਦਾ ਵਜੂਦ ਬਚਦਾ ਹੈ ਸਿਰਫ 600-700 ਪੇਜ ਪੰਨਿਆਂ ਦਾ, ਜੋ ਕਿ ਇੱਕ ਗ੍ਰੰਥ ਨਾ ਰਹਿ ਕੇ ਕਿਤਾਬ ਮਾਤਰ ਰਹਿ ਜਾਊਗੀ। ਤੇ ਇਸ ਕਰਕੇ ਹੁਣ ਜੋ ਸਮਾਜ, ਸਿੱਖ ਸਮਾਜ ਹੈ, ਉਹ ਇਸ ਦੇ ਵਿਰੋਧ ਵਿੱਚ ਖੜਾ ਹੁੰਦਾ ਰਿਹਾ ਹੈ, ਔਰ ਇਸ ਨੂੰ ਛੱਡਣ ਵਾਲੇ ਲੋਕ ਬਹੁਤ ਸਾਰੇ ਵੱਧਦੇ ਜਾ ਰਹੇ ਹੈ। ਜੋ ਲੋਕ ਇਸ ਨੂੰ ਮੰਨ ਰਹੇ ਹੈ ਉਹਨਾਂ ਵਿੱਚੋਂ ਵੀ ਬਹੁਤ ਸਾਰੇ ਲੋਕ ਇਸ ਨੂੰ ਛੱਡਦੇ ਜਾ ਰਹੇ ਹੈ। ਲੇਕਿਨ ਇੱਕ ਚੀਜ਼ ਐਸਾ ਬੜੀ ਦਿਲਚਸਪ ਹੈ कि खाली संप्रदाय विचारधारा वाले लोग नहीं, वो लोग भी ऐसा प्रचार करते आ रहे हैं ਜਿਹੜੇ ਕਿ ਜਿਨ੍ਹਾਂ ਨੂੰ ਕਿ PhD ਵਰਗੀਆਂ ਜੋ PhD ਡਿਗਰੀਆਂ ਨਾਲ ਸ਼ਿੰਗਾਰੇ ਹੋਏ ਹੈ, ਜਿਵੇਂ ਕਿ ਡਾਕਟਰ ਹਰਭਜਨ ਸਿੰਘ, ਡਾਕਟਰ ਜੋਤ ਸਿੰਘ, ਅਲੰਕਾਰ ਸਿੰਘ, ਡਾਕਟਰ ਪੰਨੂ, ਹਰਪਾਲ ਸਿੰਘ ਪੰਨੂ ਆਦਿ। ਔਰ ਇਹਨਾਂ ਲੋਕਾਂ ਨੇ ਇਸ ਦਸਮ ਗ੍ਰੰਥ ਦੇ ਸਿਰ ਤੇ ਵਿਦੇਸ਼ਾਂ ਦੀ ਸੈਰਾਂ ਵੀ ਕੀਤੀਆਂ। ਆਪਣੇ ਚਹੇਤਿਆਂ ਜਾਂ ਆਪਣੇ ਮੰਨਣ ਵਾਲਿਆਂ ਜਾਂ ਦਸਮ ਗ੍ਰੰਥ ਦੇ ਮੰਨਣ ਵਾਲਿਆਂ ਕੋਲੋਂ ਵੱਖ-ਵੱਖ ਮੁਲਕਾਂ 'ਚ ਸੈਮੀਨਾਰ ਰਖਾਏ ਗਏ, ਕਾਨਫਰੰਸਾਂ ਹੋਈਆਂ, ਔਰ ਇਹ ਲੋਕ ਉਚੇਚੇ ਤੌਰ ਤੇ ਉਹਨਾਂ ਕਾਨਫਰੰਸਾਂ ਵਿੱਚ ਸ਼ਾਮਿਲ ਹੋਣ ਗਏ। ਯਾਨੀ ਕਹਿਣ ਦਾ ਮਤਲਬ ਕਿ ਇਸ ਗ੍ਰੰਥ ਨੇ ਬਹੁਤ ਸਾਰੇ ਸਾਡੇ ਸ਼ਿੰਗਾਰੇ ਹੋਏ PhD ਹੋਲਡਰਾਂ ਨੂੰ ਵਿਦੇਸ਼ਾਂ ਦੀ ਸੈਰ ਵੀ ਕਰਾਈ ਹੈ। ਲੇਕਿਨ ਇਹ ਸਾਰੀ ਕਵਾਇਦ ਦੇ ਬਾਵਜੂਦ ਵੀ ਸਿੱਖ ਸਮਾਜ ਵਿੱਚ ਇਸ ਗ੍ਰੰਥ ਨੂੰ ਸਮੁੱਚੇ ਤੌਰ ਤੇ ਮਾਨਤਾ ਪ੍ਰਾਪਤ ਨਹੀਂ ਕਰਾ ਸਕੇ। ਤੇ ਸਾਡਾ ਅਸਲ ਜੋ ਹੈਗਾ, ਇੱਕ ਬਤੌਰ ਸਿੱਖ ਸਾਡਾ ਫਰਜ਼ ਹੈ ਕਿ ਅਸੀਂ ਆਪਣੇ ਆਪ ਨੂੰ ਇਹ ਮੰਨ ਕੇ ਚਲੀਏ ਕਿ ਕੋਈ ਵੀ ਸ਼ਰੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਹੀਂ ਹੋ ਸਕਦਾ, ਔਰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਸਮਰਪਿਤ ਰਹਾਂਗੇ। ਆਉਣ ਵਾਲੇ ਵਕਤ ਵਿੱਚ ਇਹ ਵੀ ਅਸੀਂ ਦੇਖਾਂਗੇ ਕਿ ਇਸ ਦੇ ਮੰਨਣ ਵਾਲਿਆਂ ਦੀ ਗਿਣਤੀ ਲਗਾਤਾਰ ਘਟਦੀ ਆ ਰਹੀ ਹੈ। ਇਹ ਖੁਦ ਲੋਕ ਆਪਸ ਵਿੱਚ ਇੱਕ ਵਿਚਾਰ ਨਹੀਂ ਹੈ। ਇੱਕ ਨਿਹੰਗ ਸਿੰਘ ਜੋ ਧਰਮ ਸਿੰਘ ਨਿਹੰਗ ਸਿੰਘ ਹੈ, ਉਸਨੇ ਤਾਂ ਇਸ ਤੇ ਤੱਕ ਕਹਿ ਦਿੱਤਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਗੁਰਤਾ ਗੱਦੀ ਦਿੱਤੀ ਹੀ ਦਸਮ ਗ੍ਰੰਥ ਨੂੰ ਸੀ। ਹੁਣ ਇਹ ਇਸ ਤੋਂ ਸੋਚ ਲਓ ਕਿ ਇਹਨਾਂ ਲੋਕਾਂ ਦੀ ਵਿਚਾਰ, ਇਹਨਾਂ ਲੋਕਾਂ ਦੀ ਸੋਚ ਕਿਸ ਥਾਂ ਤੇ ਖੜੀ ਹੈ ਕਿ ਜਿਸ 35 ਮਹਾਂਪੁਰਖਾਂ ਦੀ ਬਾਣੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਹੈ, ਉਸ ਨੂੰ ਮੁਕੰਮਲ ਤੌਰ ਤੇ ਰੱਦ ਕਰਦਿਆਂ ਹੋਇਆਂ ਤੇ ਇਹੋ ਦਸਮ ਗ੍ਰੰਥ ਨੂੰ ਗੁਰੂਕ੍ਰਿਤ ਮੰਨ ਕੇ ਉਸ ਦਾ ਪ੍ਰਕਾਸ਼ ਕਰਨਾ ਚਾਹੁੰਦੇ ਆ ਹਰ ਥਾਂ ਤੇ। ਇਸ ਕਰਕੇ ਲੋੜ ਹੈ ਕਿ ਇਸ ਤੋਂ ਸੁਚੇਤ ਹੋਇਆ ਜਾਏ, ਔਰ ਜੋ ਗ੍ਰੰਥ ਸੋਧਕ ਕਮੇਟੀ ਦੀ ਰਿਪੋਰਟ ਹੈ ਇਹ ਹਰ ਸਿੱਖ ਨੂੰ ਪੜ੍ਹਨੀ ਚਾਹੀਦੀ ਹੈ। ਇਸ ਦੇ ਪੜ੍ਹਨ ਤੇ ਬਹੁਤ ਸਾਰੇ ਸ਼ੰਕੇ ਖੜੇ ਹੁੰਦੇ ਹੈ ਇਸ ਕਿਤਾਬ ਦੇ ਗੁਰੂਕ੍ਰਿਤ ਹੋਣ ਤੇ। ਇੱਥੇ ਹੀ ਵਿਚਾਰ ਸਮਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।